करते हैं। आज का अपना जो टॉपिक है एस्टाइवेशन और एस्टाइवेशन, ये की चीज है बेटे? दिस इज द अरेंजमेंट ऑफ द पार्ट्स ऑफ फ्लावर विद इन द फ्लावर। ठीक है, ਤਾਂ ਉਹਦੇ ਵਿੱਚ ਕੀ ਅਰੇਂਜਮੈਂਟ ਆਪਾਂ ਕਾਹਦਾ ਵੇਖਣਾ ਹੈ ਕਿ ਇਹ ਚ ਆਪਣੇ ਕੋਲ ਆ ਗਈਆਂ ਸੈਪਲਸ, ਪੈਟਲਸ ਜਾਂ ਰਿਪਰੋਡਕਟਿਵ ਪਾਰਟਸ, ਤੇ ਜੇ ਉਹ ਸੇਮ ਹੋਣ ਤਾਂ ਉਹਨਾਂ ਨੂੰ ਆਪਾਂ ਬੋਲਦੇ ਹਾਂ ਟੈਪਲਸ। ਠੀਕ ਹੈ, ਔਰ ਪੇਰੀਐਂਥ। ਤਾਂ ਆਹ ਵੇਖੋ ਬਈ, ਇਹਦੇ ਵਿੱਚ ਤੁਹਾਡੇ ਕੋਲ ਹੈਗਾ ਦਿਸ ਇਜ਼ ਦਾ ਵੈਲਵੇਟ। ਠੀਕ ਹੈ, ਦਿਸ ਇਜ਼ ਦਾ ਵੈਲਵੇਟ। ਪਹਿਲਾਂ ਇੱਕ ਓਪਨ ਹੁੰਦਾ ਹੈ, ਇਸ ਤੋਂ ਪਹਿਲਾਂ ਇੱਕ ਓਪਨ ਹੁੰਦੀ ਹੈ। ਇੱਕ ਵਾਰੀ ਥੋੜਾ ਜਿਹਾ ਸਮਝ ਲਿਆ ਜੇ, ਇਸ ਤੋਂ ਪਹਿਲਾਂ ਇੱਕ ਓਪਨ ਹੁੰਦੀ ਹੈ ਬੇਟੇ। ਓਪਨ ਦੇ ਵਿੱਚ ਕੀ ਹੈ ਵੀ ਉਹ ਟੱਚ ਹੀ ਨਹੀਂ ਕਰਦੇ ਆਪਸ ਚ, ਪੈਟਲਸ ਡੋਂਟ ਟੱਚ ਟੂ ਈਚ ਅਦਰ। ਵੈਲਵੇਟ ਦੇ ਵਿੱਚ ਕੀ ਹੈ, ਮਾਰਜਿਨਸ ਆਫ ਐਡਜੈਸੈਂਟ ਪੈਟਲਸ ਟੱਚ ਕਰਦੀਆਂ ਪਰ ਨਾ ਤਾਂ ਓਵਰਲੈਪ ਹੁੰਦੀਆਂ ਨਾ ਫਿਊਜ਼ ਕਰਦੀਆਂ। ਤਾਂ ਵੇਖੋ ਆ ਉਹਦੀ ਸਟਰਕਚਰ ਇਹ ਬਣਦੀ ਹੈ। ਇਹ ਆਪਾਂ ਨੂੰ ਨਾ ਪੜ੍ਹਨੀ ਬਹੁਤ ਜ਼ਰੂਰੀ ਹੈ, ਕਿਉਂਕਿ 101% ਤੁਹਾਨੂੰ ਜਿਹੜਾ ਫਲੋਰਲ ਫਾਰਮੂਲੇ ਤੇ ਨੀਟ ਚ ਕੁਐਸਚਨ ਆਉਣਾ ਹੀ ਆਉਣਾ ਹੈ। ਤੇ ਉਹ ਫਲੋਰਲ ਫਾਰਮੂਲਾ ਸਮਝਣ ਲਈ ਤੇ ਫਲੋਰਲ ਡਾਇਗਰਾਮ ਬਣਾਉਣ ਲਈ ਸਾਨੂੰ ਆ ਚੀਜ਼ਾਂ ਦੇਖਣੀਆਂ ਪੈਣਗੀਆਂ। ਤੇ ਦੇਖੀਆਂ ਕਿਵੇਂ ਜਾਣਗੀਆਂ? ਜਦੋਂ ਐਕਚੁਅਲ ਦੇ ਵਿੱਚ ਤੁਹਾਡੇ ਸਾਹਮਣੇ ਫਲਾਵਰ ਪਿਆ ਹੋਊਗਾ ਤੇ ਮੈਂ ਤੁਹਾਨੂੰ ਸਮਝਾਉਂਗਾ ਵੀ ਬੇਟੇ ਆਹ ਵੇਖੋ ਕਿਸ ਤਰ੍ਹਾਂ ਇੱਕ ਦੂਜੇ ਨੂੰ ਟੱਚ ਕਰਦੀਆਂ ਜਾਂ ਓਵਰਲੈਪ ਕਰਦੀਆਂ। ਉਸ ਟਾਈਮ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੂਗਾ। ਤੇ ਆਪਾਂ ਇੱਕ ਦਿਨ ਤੁਹਾਨੂੰ ਸਾਰਿਆਂ ਨੂੰ ਬੁਲਾ ਕੇ ਕਰੋਨਾ ਡੇਜ਼ ਤੋਂ ਬਾਅਦ ਇਹ ਤੁਹਾਨੂੰ ਦਿਖਾਵਾਂਗੇ। ਚਲੋ ਉਦੋਂ ਤਾਂ ਰੈਗੂਲਰ ਹੀ ਹੋ ਜਾਊਗਾ। ਤਾਂ ਇੱਕ ਦੂਜੇ ਨੂੰ ਟੱਚ ਕਰ ਰਹੀਆਂ ਬੇਟੇ, ਦਿਸ ਦਾ ਵੈਲਵੇਟ। ਦੈਨ ਵੀ ਤੁਹਾਡੇ ਕੋਲ ਆ ਗਈ ਟਵਿਸਟਡ। ਟਵਿਸਟਡ ਦੇ ਵਿੱਚ ਨਾ ਇੱਕ ਮਾਰਜਨ ਓਵਰਲੈਪ ਕਰਦੀ ਹੈ ਐਡਜੈਸੈਂਟ ਪੈਟਲ ਦੇ ਵਿੱਚ। ਤਾਂ ਦੇਖੋ ਕਿਵੇਂ, ਆ ਵੇਖੋ ਆ ਓਵਰਲੈਪ ਕਰ ਰਹੀ ਹੈ, ਫਿਰ ਇੱਧਰ ਓਵਰਲੈਪ ਕਰ ਰਹੀ ਹੈ, ਆ ਓਵਰਲੈਪ ਕਰ ਰਹੀ ਹੈ, ਆ ਓਵਰਲੈਪ ਕਰ ਰਹੀ ਹੈ। ਤਾਂ ਆਲ ਜਿਹੜੇ ਇਹਦੇ ਪੈਟਲਸ ਹੈਗੀਆਂ ਦੇ ਓਵਰਲੈਪ, ਵਨ ਐਂਡ ਇਜ਼ ਓਵਰਲੈਪਡ ਵਿਦ ਅਨਦਰ। ਇਹ ਤੁਸੀਂ ਚਾਈਨਾ ਰੋਜ਼ ਖੋਲ ਕੇ ਵੇਖਣਾ, ਉਹਦੇ ਵਿੱਚ ਇੱਕ ਜਿਹੜੀ ਹੈਗੀ ਹੈ ਇੱਕ ਸਾਈਡ ਓਵਰਲੈਪ ਕਰਦੀ ਹੋਊਗੀ। ਸੋ ਵਨ ਐਂਡ ਇਜ਼ ਓਵਰਲੈਪਡ। ਠੀਕ ਹੈ, ਤਾਂ ਆ ਹੈਗੀ ਹੈ ਡਿਸੈਂਡਿੰਗਲੀ ਇੰਬਰੀਕੇਟ। ਇੰਬਰੀਕੇਟ ਦੇ ਵਿੱਚ ਯਾਦ ਰੱਖਿਓ ਪੁੱਤ, ਇਹ ਦੋ ਤਰ੍ਹਾਂ ਦੀ ਹੈ, ਡਿਸੈਂਡਿੰਗ ਤੇ ਅਸੈਂਡਿੰਗ। ਠੀਕ ਹੈ, ਤਾਂ ਡਿਸੈਂਡਿੰਗ ਦੇ ਵਿੱਚ ਕੀ ਹੈ, ਕੱਲ ਆਪਾਂ ਪੀ ਪਲਾਂਟ ਬਾਰੇ ਪੜ੍ਹਿਆ ਸੀ, ਜੇ ਤੁਹਾਨੂੰ ਯਾਦ ਹੋਵੇ ਤਾਂ ਪੀ ਫਲਾਰ ਬਾਰੇ ਪੜ੍ਹਿਆ ਸੀ ਆਪਾਂ। ਆ ਸੀ ਦਿਸ ਇਜ਼ ਦਾ ਵੈਗਜ਼ੀਲਮ, these two are the LA and this is the carina। ਇਹ ਜੋ ਆਪਸ ਦੇ ਵਿੱਚ ਇਹਨਾਂ ਦਾ ਅਰੇਂਜਮੈਂਟ ਕੀ ਹੁੰਦਾ, ਇੱਕ ਵਾਰੀ ਇਹਨੂੰ ਧਿਆਨ ਨਾਲ ਦੇਖ ਲਓ। what is the arrangement of petals? ਤਾਂ this is vexillum, LA and ਆ ਜਾਓ ਬਈ, ਹੁਣ ਆਪਾਂ ਆਪਣੀ ਮੇਨ ਸਲਾਈਡ ਤੇ ਚਲਦੇ ਹਾਂ। ਤਾਂ ਆ ਦੇਖੋ ਅਰੇਂਜਮੈਂਟ ਦਿਖ ਰਿਹਾ ਤੁਹਾਨੂੰ ਬਈ, ਇਹ ਡਾਊਨਵਰਡ ਹੇਠਲੇ ਪਾਸੇ ਹੈ, ਡਿਸੈਂਡਿੰਗ ਅਰੇਂਜਮੈਂਟ ਹੈ। ਦਿਸ ਇਜ਼ ਦਾ ਡਿਸੈਂਡਿੰਗ ਅਰੇਂਜਮੈਂਟ। ਠੀਕ ਹੈ, ਓਵਰਲੈਪਿੰਗ ਆਫ ਪੈਟਲਸ ਬਾਈ ਵਨ ਅਨਦਰ। ਤਾਂ 3 ਸਬ ਟਾਈਪਸ ਹੈਗੀਆਂ ਬਈ, ਤਾਂ ਲਾਰਜਰ ਹੈ, ਟੂ ਲੇਟਰਲ ਹੈ ਐਂਡ ਦੀਸ ਟੂ ਆਰ ਦਾ ਲੋਅਰ। ਤਾਂ ਇਹ ਆਪਾਂ ਨੂੰ ਪੀ ਪਲਾਂਟ ਦੀਆਂ ਜਿਹੜੀਆਂ ਆਪਾਂ ਵਿੰਟਰ ਸੀਜ਼ਨ ਦੇ ਵਿੱਚ ਵੇਖਾਂਗੇ, ਉਹ ਫਲਾਵਰ ਡਿਸੈਕਟ ਕਰਕੇ ਐਂਡ ਯੂ ਵਿਲ ਸੀ ਦਾ ਸਟਾਈਵੇਸ਼ਨ ਆਫ ਦੈਟ ਪਲਾਂਟ। ਦਿਸ ਇਜ਼ ਦਾ ਸੈਂਡਿੰਗ ਇੰਬਰੀਕੇਟ। ਆ ਅੱਪਰ ਵੇਖੋ ਆਊਟਸਾਈਡ ਸੀ, ਜਿਹੜੀ ਲੋਅਰ ਸੀ ਇਹ ਫੁਲੀ ਓਵਰਲੈਪਡ ਸੀ, ਅੰਦਰ ਸੀ। ਇੱਥੇ ਅੱਪਰ ਅੰਦਰ ਹੈ, ਆ ਜਿਹੜੀਆਂ ਹੈਗੀਆਂ ਓਵਰਲੈਪਡ ਹੈ। ਦਿਸ ਇਜ਼ ਅਸੈਂਡਿੰਗ ਐਂਡ ਦਿਸ ਇਜ਼ ਡਿਸੈਂਡਿੰਗ। ਦਿਸ ਇਜ਼ ਡਿਸੈਂਡਿੰਗ ਐਂਡ ਦਿਸ ਇਜ਼ ਅਸੈਂਡਿੰਗ। ਦੈਨ ਵੀ ਕੁਇਨਕੁਐਂਸ਼ੀਅਲ। ਕੁਇਨਕੁਐਂਸ਼ੀਅਲ ਦੇ ਵਿੱਚ ਤੁਹਾਡੇ ਕੋਲ ਕੀ ਹੈ ਬੇਟੇ ਵੀ, one is completely outer, one is two are completely inner and two are overlapping at one end। ਤਾਂ ਇਹ ਜਿਹੜੀਆਂ ਐਗਜ਼ਾਮਪਲਸ ਹੈਗੀਆਂ ਬੇਟੇ, ਇਹ ਆਪਾਂ ਡਿਸਕਸ ਕਰਾਂਗੇ ਸਾਹਮਣੇ ਫਲਾਵਰ ਰੱਖ ਕੇ। ਮੈਨੂੰ ਲੱਗ ਰਿਹਾ ਵੀ ਥੋੜਾ ਬਹੁਤ ਤੁਹਾਨੂੰ ਇਹ ਚ ਡਾਊਟ ਹੋ ਸਕਦੇ ਹੈ, ਬਟ ਇਹ ਆਪਾਂ ਫਿਲਹਾਲ ਐਸੇ ਤਰੀਕੇ ਕਰ ਸਕਦੇ ਹਾਂ। ਬਟ ਜਦੋਂ ਵੀ ਆਪਣੀ ਕਲਾਸ ਆਫਲਾਈਨ ਲੱਗਦੀ ਹੈ ਤਾਂ ਤੁਸੀਂ ਵੇਖ ਕੇ ਹੀ ਸਮਝ ਜਾਓਗੇ, ਮੈਨੂੰ ਦੱਸਣ ਦੀ ਵੀ ਲੋੜ ਨਹੀਂ ਪੈਣੀ ਜਦੋਂ ਆਪਣੇ ਸਾਹਮਣੇ ਫਲਾਵਰ ਹੋਇਆ। ਦੈਨ ਵੀ ਟੈਪਲ। ਵਟ ਇਜ਼ ਟੈਪਲ? ਤਾਂ ਆਊਟਰ ਪਾਰਟ ਆਫ ਦਾ ਫਲਾਵਰ ਹੈ ਬਈ, ਜਿਹਦੇ ਵਿੱਚ ਆਪਾਂ ਡਿਫਰੈਂਸੀਏਸ਼ਨ ਨਹੀਂ ਕਰ ਸਕਦੇ ਸੈਪਲ ਐਂਡ ਪੈਟਲਸ ਦੇ ਵਿੱਚ। ਤੇ ਇਹਨਾਂ ਲਈ ਕਲੈਕਟਿਵ ਟਰਮ ਫॉर ਟੈਪਲ ਦੈਟ ਇਜ਼ ਪੇਰੀਐਂਥ।
ਜਿਵੇਂ ਸੈਪਲ ਤੇ ਪੈਟਲ ਜਦੋਂ ਇੱਕੋ ਜਿਹੀਆਂ ਲੱਗਦੀਆਂ ਹੋਣ, ਆਪਾਂ ਪਿੱਛੇ ਕੁਝ ਫਲਾਵਰਸ ਦੇ ਵਿੱਚ ਵੇਖ ਕੇ ਆਏ ਆ, ਐਗਜ਼ਾਮਪਲਸ ਵੀ ਆਪਾਂ ਸਟੱਡੀ ਕੀਤੀਆਂ। ਨਾਓ ਵੀ ਆਰ ਗੋਇੰਗ ਟੂ ਸਟੱਡੀ ਅਬਾਊਟ ਦਾ androecium, stamen or androecium. It's the male part of the flower. So this is the filament. This is filament, and this is the anther. This is the anther, and you can see the pollen grains on the anther. ਤਾਂ ਹੁਣ ਆਪਾਂ ਇਹਨਾਂ ਬਾਰੇ ਡਿਟੇਲ ਚ ਪੜ੍ਹਨਾ ਹੈ, ਠੀਕ ਹੈ। ਤਾਂ ਇਹ ਸਾਰੀਆਂ ਐਗਜ਼ਾਮਪਲਸ ਆਪਾਂ ਸਟੱਡੀ ਕਰਨੀਆਂ, ਇਹਨਾਂ ਦੀਆਂ ਕੀ ਟਾਈਪਸ ਹੈ, ਇਹਨਾਂ ਦੀ ਅਟੈਚਮੈਂਟ ਕਿਸ ਤਰ੍ਹਾਂ ਦੀ ਹੈ, ਕਿਹੜੇ ਪਲਾਂਟ ਦੇ ਵਿੱਚ ਕਿਸ ਤਰ੍ਹਾਂ ਹੁੰਦੇ ਹੈ, ਡਿਹੇਸੈਂਸ ਇਹਨਾਂ ਦੀ ਕਿਸ ਤਰ੍ਹਾਂ ਹੁੰਦੀ ਹੈ। ਤਾਂ ਸਾਰਿਆਂ ਤੋਂ ਪਹਿਲਾਂ ਬਈ ਐਂਥਰ, ਇਟਸ ਬਾਈਲੋਬਡ, these two anthers, this is the filament, ਤੇ ਇਹਦੇ ਵਿਚਾਲੇ ਜਿਹੜਾ ਹਿੱਸਾ ਹੈਗਾ, this is called as connective. connective, ਜੇ ਆ ਦੋ ਹੈ then it's bithekus, ਜੇ ਦੋ ਪੋਲਨਸ ਹੈ then it's bithekus, ਜੇ ਇੱਕ ਹੈ then it is monothekus। ਤਾਂ ਫਿਰ ਇੱਕ ਵਾਰੀ ਸਟਰਕਚਰ, this is the filament and these are the anther lobes, and full is called as stamen or androecium। ਆ ਵੇਖੋ ਬਈ, this is one celled, ਇਹਦੇ ਚ ਇੱਕ ਸੈੱਲ ਹੈ, so that is its monothekus, ਤੇ ਆਹ two celled ਸੀ, it's bithekus। ਇਹ ਵੀ ਆਪਾਂ ਡਿਫਰੈਂਸ ਇਹਦੇ ਵਿੱਚ ਕਲੀਅਰ ਕਰਨਾ ਹੈ। ਨੋ ਬਈ, ਹੁਣ ਕੁਛ ਐਂਥਰ ਹੁੰਦੇ ਆ ਇਨਜ਼ਰਟਡ, ਕੁਛ ਹੁੰਦੇ ਆ ਐਗਜ਼ਰਟਡ। ਇਨਜ਼ਰਟਡ ਕੀ ਹੁੰਦੇ ਆ? ਜਿਹੜੇ ਪੈਟਲਸ ਚੋਂ ਬਾਹਰ ਨਹੀਂ ਆਉਂਦੇ, ਅੰਦਰ ਹੀ ਰਹਿ ਜਾਂਦੇ ਆ ਫਲਾਵਰ ਦੇ, ਤੇ ਕੁਛ ਫਲਾਵਰ ਚੋਂ ਬਾਹਰ ਆ ਜਾਂਦੇ ਆ, ਇਹਨਾਂ ਨੂੰ ਆਪਾਂ ਕਹਿੰਦੇ ਆ ਐਗਜ਼ਰਟਡ, ਠੀਕ ਹੈ। ਤਾਂ ਬਈ ਜਿਹੜੇ ਇਨਜ਼ਰਟਡ ਤੇ ਐਗਜ਼ਰਟਡ ਹੈ, ਇਹਦੀਆਂ ਵੀ ਆਪਾਂ ਐਗਜ਼ਾਮਪਲਸ ਡਾਇਰੈਕਟ ਵੇਖਣੀਆਂ। ਤਾਂ ਇਸ ਤੋਂ ਇਲਾਵਾ ਕੁਛ ਹੁੰਦੇ ਆ ਜਿਹੜੇ ਪੈਟਲਸ ਨਾਲ ਫਿਊਜ਼ਡ ਹੁੰਦੇ ਆ, ਵੇਖੋ ਇਹ ਪੈਟਲਸ ਤੇ ਲੱਗੇ ਹੋਏ ਆ। ਇੱਕ ਤਾਂ ਅੱਜ ਕੱਲ ਨਾ ਸੁਬਾਹ ਆਪਾਂ ਨੂੰ ਫਲਾਵਰ ਦਿਖਦਾ, ਰਾਤ ਨੂੰ ਓਪਨ ਹੁੰਦਾ, ਦੈਟਸ ਆਫ ਧਤੂਰਾ। ਤੁਹਾਨੂੰ ਇਹਦੀ ਪਿਕ ਵੀ ਵਿਖਾਈ ਸੀ ਕੱਲ, ਇੱਕ ਵਾਰੀ ਫੇਰ ਵਿਖਾ ਦਿਆਂਗਾ। ਤੇ ਇਹਦੇ ਜਿਹੜੇ ਸਟੇਮਨ ਹੈ, ਆਪਾਂ ਫਲਾਵਰ ਵੀ ਡਿਸੈਕਟ ਕਰਨਾ ਹੈ। ਤਾਂ ਜਿਹੜੇ ਸਟੇਮਨ ਹੈ, ਦੇ ਆਰ ਅਟੈਚ ਟੂ ਦਾ ਪੈਟਲਸ, ਤੇ ਇਹਨਾਂ ਨੂੰ ਕਹਿੰਦੀ ਹੈ ਐਪੀਪੈਟਲਸ। ਥੀਸ ਆਰ ਦਾ ਐਪੀਪੈਟਲਸ, ਜਿਹੜੇ ਪੈਟਲਸ ਦੇ ਨਾਲ ਜੁੜੇ ਹੋਣ, ਥੀਸ ਆਰ ਐਪੀਪੈਟਲਸ। ਇਹਦੀ ਐਗਜ਼ਾਮਪਲ ਤੁਹਾਨੂੰ ਮੈਂ ਦੱਸ ਹੀ ਦਿੱਤੀ, ਯੂ ਕੈਨ ਸੀ ਇਨ ਕੇਸ ਆਫ ਧਤੂਰਾ। ਆ ਵੇਖੋ ਬਈ, ਥੀਸ ਆਰ ਫਿਊਜ਼ਡ ਵਿਦ petals, these are epipetalous, epipetalous। no bhai, stamens, je stamens ਜਿਹੜੇ ਇਹਨਾਂ ਦੀ ਜਿਹੜੀ ਕੀ ਕਹਿੰਦੇ ਆ ਪੁੱਤ ਵੀ, ਜੇ ਇਫ ਦੇ ਆਰ ਫਿਊਜ਼ਡ ਵਿਦ ਫੀਮੇਲ ਪਾਰਟ, ਆ ਵੇਖੋ ਇਹਦੀ ਸਟਾਈਲ ਦੇ ਨਾਲ ਜੁੜੇ ਹੋਏ ਹੈ, ਤਾਂ these are called as gynandrous, gynandrous, GYN, gynandrous, these are the gynandrous। ਤੇ ਇਹ ਚੀਜ਼ ਯਾਦ ਰੱਖਣੀ ਹੈ, they are fused with the style, gynandrous। ਅੱਛਾ ਵੀ ਇਹ ਕਈ ਵਾਰੀ ਗਰੁੱਪਾਂ ਚ ਹੁੰਦੇ ਆ, sometime they are found in groups, ਤਾਂ that is called as delphus। ਜੇ ਸਿੰਗਲ ਗਰੁੱਪ ਹੈ and they are forming a tube, ਆ ਟਿਊਬ ਬਣਾਉਂਦੇ ਪਏ ਹੈ, ਤੇ ਸਿੰਗਲ ਗਰੁੱਪ ਹੈ, ਇਹ ਚਾਈਨਾ ਰੋਜ਼ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਤਾਂ ਦਿਸ ਇਜ਼ ਮੋਨੋਡੈਲਫਸ। ਚਾਈਨਾ ਰੋਜ਼ ਚ ਵੇਖਿਆ ਜੇ ਪਿਸਟਲ ਦੇ ਰਾਉਂਡ ਇੱਕ ਟਿਊਬ ਬਣਾਉਂਦੇ ਪਏ ਹੈ, ਦਿਸ ਇਜ਼ ਮੋਨੋਡੈਲਫਸ। ਜੇ ਮਟਰ ਦਾ ਪਲਾਂਟ ਵੇਖੋਗੇ ਤਾਂ ਦੋ ਗਰੁੱਪ ਹੋਣਗੇ, ਦੈਟ ਇਜ਼ ਡਾਈਡੈਲਫਸ। ਇੱਕ ਟਿਊਬ ਪੂਰੀ ਤਰ੍ਹਾਂ ਨਹੀਂ ਬਣੀ ਹੁੰਦੀ, ਉਹਦੇ ਚੋਂ ਇੱਕ ਜਣਾ ਅਲੱਗ ਹੁੰਦਾ, ਦੈਟਸ ਡਾਈਡੈਲਫਸ। ਤੇ ਜੇ ਬਹੁਤ ਸਾਰੇ ਗਰੁੱਪ ਬਣੇ ਹੋਣ, ਦੈਨ ਇਟ ਇਜ਼ ਪੋਲੀਡੈਲਫਸ। ਸਿਟਰਸ ਦੇ ਵਿੱਚ ਹੁੰਦੇ ਹੈ ਇਹ। ਹੁਣ ਇਹਨਾਂ ਦਿਨਾਂ ਦੇ ਵਿੱਚ ਫਲਾਵਰ ਬਹੁਤ ਜ਼ਿਆਦਾ ਹੈ ਸਿਟਰਸ ਪਲਾਂਟਸ ਤੇ, ਐਂਡ ਯੂ ਕੈਨ ਸੀ ਇਨ ਦਾ ਸਿਟਰਸ ਪਲਾਂਟਸ ਦਿਸ ਇਜ਼ ਪੋਲੀਡੈਲਫਸ। ਸਿਟਰਸ ਪਲਾਂਟਸ ਜਿਹੜਾ ਨਿੰਬੂ ਵਗੈਰਾ ਦੇ ਹੈਗੇ ਆ, ਕਿੰਨੂ ਦੇ ਤਾਂ ਟੱਪ ਚੁੱਕੇ ਆ, ਕਿੰਨੂ ਮੌਸਮੀ ਵਗੈਰਾ ਦੇ, ਤਾਂ ਉਹਦੇ ਜਿਹੜੇ ਤੁਸੀਂ ਨਿੰਬੂ ਦੇ ਵਿੱਚ ਵੇਖ ਸਕਦੇ ਹੋ, these are polydalphus found in so many groups। ਤਾਂ ਫਿਰ ਬੇਟੇ ਇਹਨਾਂ ਦੀ ਫਿਕਸੇਸ਼ਨ ਦੇ ਬੇਸਿਸ ਤੇ, ਅੱਜ ਦਾ ਆਪਣਾ ਟੌਪਿਕ ਬਹੁਤ ਛੋਟਾ ਹੈ। ਕੱਲ ਨੂੰ ਕਿਉਂਕਿ ਆਪਾਂ ਫਰੂਟ ਨਹੀਂ ਕਰਨਾ, ਫਰੂਟ ਆਪਾਂ ਆਫਲਾਈਨ ਚ ਕਰਾਂਗੇ, ਤਾਂ ਕੱਲ ਤੋਂ ਆਪਣਾ ਨਿਊ ਚੈਪਟਰ ਸ਼ੁਰੂ ਹੋਊਗਾ ਬੇਟੇ, ਜਿਹੜਾ ਹੈਗਾ ਡਾਇਵਰਸਿਟੀ ਇਨ ਲਿਵਿੰਗ ਵਰਲਡ, ਐਨੀਮਲਸ ਪੜਾਂਗੇ ਆਪਾਂ, ਠੀਕ ਹੈ। ਤਾਂ ਆ ਵੇਖੋ ਬਈ, ਇਫ ਅਟੈਚਮੈਂਟ ਇਜ਼ ਐਟ ਦਾ ਬੇਸ, ਜੇ ਬੇਸ ਤੇ ਲੱਗੇ ਹੋਏ ਹੈ, ਦੈਨ ਇਟਸ ਬੇਸਿਕ ਫਿਕਸ।
जे in between है, you can see the connective, that is adnate, that's adnate, ठीक है। बेसिफिक्स अपने कोल हुंदी है मस्टर्ड प्लांट दे विच, सरों दे विच, you can see in the mustard plant or radish plant। adnate ਇਹ ਰੈਨਨਕੁਲਸ ਪਲਾਂਟ ਹੁੰਦਾ ਹੈ, ਤੁਹਾਨੂੰ ਦਿਖਾਵਾਂਗੇ, ਇਟਸ ਫਾਊਂਡ ਇਨ ਦਾ ਰੈਨਨਕੁਲਸ। ਹੁੰਦਾ ਡੋਰਸੀਫਿਕਸ, ਡੋਰਸੀਫਿਕਸ ਫਰੋਮ ਡੋਰਸਲ ਸਾਈਡ, ਇਹ ਪੈਸਿਵ ਫਲੋਰਾ ਦੇ ਵਿੱਚ ਹੁੰਦਾ, ਫਰੋਮ ਦਾ ਬੈਕ ਆਫ ਐਂਥਰਸ। ਆ ਹੈ ਗਿਆ ਵਰਸੇਟਾਈਲ। ਵਰਸੇਟਾਈਲ ਨਾ ਤੁਸੀਂ ਕਿਸੇ ਦਿਨ ਘਾਹ ਦੇ ਮੈਦਾਨ 'ਚ ਜਾਓ, ਕਿਸੇ ਪਾਰਕ ਵਗੈਰਾ 'ਚ ਜਾਂ ਸਕੂਲ ਦੇ ਵਿੱਚ, ਤਾਂ ਆ ਹੈਲੀਕਾਪਟਰ ਵਾਂਗੂ ਉੱਤੇ ਘੁੰਮਦੇ ਆ। That's why these are called as versatile। ਹੈਲੀਕਾਪਟਰ ਤੇ ਜਿਵੇਂ ਵਿੰਗਸ ਘੁੰਮਦੇ ਆ ਨਾ, they can swing freely, ਇਹ freely swing ਕਰਦੇ ਆ। these are the versatile, mostly grasses ਦੇ ਵਿੱਚ ਹੁੰਦੇ ਆ, ਠੀਕ ਹੈ। these are mostly found in the grasses। now we dehiscence। dehiscence ਮਤਲਬ ਕਿ ਜਿਹੜੇ ਪੋਲਨ ਗ੍ਰੇਨਸ ਕਿਸ ਤਰ੍ਹਾਂ ਬਾਹਰ ਆਉਂਦੇ ਆ, ਠੀਕ ਹੈ, ਉਹ ਦੇ ਕਮ ਆਊਟ। ਤਾਂ dehiscence ਜਿਹੜਾ ਹੈਗਾ, ਇਟਸ ਦਾ dehiscence or expose of pollen grains। ਤੇ ਕਈ ਤਰ੍ਹਾਂ ਦਾ ਹੁੰਦਾ ਹੈ ਬਈ। ਇੰਟਰੋਜ਼ ਲੌਂਗੀਟਿਊਡਨਲ, ਇਨ ਬਿਟਵੀਨ ਚੱਲਦਾ ਹੈ, ਲੰਬੇ ਲੋਟ, ਠੀਕ ਹੈ, ਦੇ ਕਮ ਆਊਟ। ਇੰਟਰੋਜ਼ ਲੌਂਗੀਟਿਊਡਨਲ, ਤਾਂ ਇਹ ਜਿਹੜਾ ਹੈਗਾ ਜੇ ਸਾਈਡ ਤੋਂ ਨਿਕਲੇ, this is laterose longitudinal, from the lateral sides, laterose। ਜੇ ਟਿਪ ਤੋਂ ਜਾਵੇ, this is extrose longitudinal। ਜੇ ਟ੍ਰਾਂਸਵਰਸ ਕੱਟ ਲੱਗਣ, this is transverse, ਠੀਕ ਹੈ। ਜੇ ਅਪਰ ਸਾਈਡ ਤੇ ਪੋਰ ਹੋ ਜਾਣ, this is porous। ਇਹ ਚ ਗਨ ਪਾਊਡਰ ਮੈਕੈਨਿਜ਼ਮ ਹੁੰਦਾ, ਜਿਵੇਂ ਬੰਦੂਕ ਦੀ ਗੋਲੀ ਨਿਕਲਣ ਤੋਂ ਬਾਅਦ ਧੂਆਂ ਨਿਕਲਦਾ ਨਾ, ਉਵੇਂ ਪੋਲਨ ਗ੍ਰੇਨਸ ਕਮ ਆਊਟ। this is called as gun powder mechanism of dehiscence। ਯਾਦ ਰੱਖਿਓ, here it is porous ਦੇ ਵਿੱਚ ਗਨ ਪਾਊਡਰ ਮੈਕੈਨਿਜ਼ਮ ਹੁੰਦਾ ਹੈ। ਵੈਲਵੂਲਰ, ਵੈਲਵ ਸ਼ੇਪਡ, ਠੀਕ ਹੈ, ਟਿਪ ਉੱਪਰ ਚਲੀ ਜਾਂਦੀ ਹੈ, ਐਂਡ this is the valvulate। ਤਾਂ ਇਹ ਵੈਲਵੂਲਰ। ਤਾਂ ਇਹ ਆਪਾਂ ਜਿਹੜੇ ਹੈਗੇ ਆ, ਜਿਹੜੇ ਮਤਲਬ ਕਿ ਆਪਣੇ ਕੋਲ ਐਕਸਟਰੋਜ਼ ਤੇ ਇੰਟਰੋਜ਼ ਹੈ, ਮੋਸਟਲੀ ਪਲਾਂਟਸ ਦੇ ਵਿੱਚ ਹੁੰਦੇ ਆ। ਟ੍ਰਾਂਸਵਰਸ ਲੇਡੀ ਫਿੰਗਰ, ਲੇਡੀ ਫਿੰਗਰ ਕੀ ਹੈ ਆਪਣੇ ਕੋਲ? ਭਿੰਡੀ, ਠੀਕ ਹੈ। ਦੈਨ ਵੀ ਵੈਲਵਲ। ਕੈਂਫਰ, ਕੈਂਫਰ ਦੇ ਵਿੱਚ ਇਹ ਹੁੰਦਾ ਹੈ, ਕੈਂਫਰ ਦਾ ਵੀ ਮੇਰੇ ਘਰ ਬੂਟਾ ਲੱਗਿਆ ਹੋਇਆ, ਤੁਹਾਨੂੰ ਦਿਖਾਊਂਗਾ, ਬਟ ਉਹ ਹਾਲੇ ਛੋਟਾ ਜਿਹਾ ਹੈ, ਵੈਜੀਟੇਟਿਵ ਫੇਸ 'ਚ ਹੀ ਹੈ, ਠੀਕ ਹੈ। ਪੋਰਸ ਹੁੰਦੀ ਹੈ ਕੇਸੀਆ, ਕਿੱਕਰ ਜਾਂ ਅਮਲਤਾਸ ਵਗੈਰਾ ਦੇ ਵਿੱਚ। ਇੱਕ ਇਰਰੈਗੂਲਰ ਹੁੰਦੀ ਹੈ ਬਈ, ਉਹ ਨਾਜਸ ਪਲਾਂਟ ਹੁੰਦਾ, ਉਹਦੇ ਵਿੱਚ ਹੁੰਦੀ ਹੈ, ਉਹ ਤੁਹਾਨੂੰ ਦਿਖਾਵਾਂਗੇ। ਨੋ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਦਾ ਫੀਮੇਲ ਪਾਰਟ। ਦਿਸ ਇਜ਼ ਸਟਿਗਮਾ, ਸਟਾਈਲ ਐਂਡ ਓਵਰੀ। ਕੰਪਲੀਟ ਇਜ਼ ਕਾਲਡ ਐਜ਼ ਕਾਰਪਲ, ਦਿਸ ਇਜ਼ ਕਾਲਡ ਐਜ਼ ਕਾਰਪਲ। ਤਾਂ ਬੇਟੇ ਇਹਦੇ ਵਿੱਚ ਕੁਝ ਪਿਕਸ ਮਿਲੀਆਂ ਨਹੀਂ, ਜਿਹੜੀਆਂ ਤੁਹਾਨੂੰ ਮੈਂ ਚਲੋ ਸਮਝਾ ਦਿੰਦਾ। ਦਿਸ ਇਜ਼ ਦਾ ਪਲੈਸੈਂਟੇਸ਼ਨ, ਕਿ ਸੀਡ ਕਿਹੜੇ ਪਾਸੇ ਲੱਗੇ ਹੁੰਦੇ ਆ। ਜੇ ਇੱਕ ਸਾਈਡ ਤੇ ਲੱਗੇ ਹੋਣ, if they are attached to the side, this is called as marginal placentation। marginal placentation ਦੱਸੋ ਵੀ ਕਿਹਦੇ ਚ ਸਾਈਡ ਤੇ ਲੱਗੇ ਹੁੰਦੇ ਆ? ਗਰਲਸ ਨੂੰ ਪਤਾ ਹੋਣਾ। ਵਿੰਟਰ ਸੀਜ਼ਨ ਦੀ ਵੈਜੀਟੇਬਲ ਹੈ ਇਹ। ਸੋ ਪੀ ਪਲਾਂਟ। ਪੀ ਪਲਾਂਟ, ਸ਼ਾਬਾਸ਼ ਬੇਟੇ। ਕਿੰਨੇ ਜਵਾਬ ਦਿੱਤਾ ਸੀ ਬੇਟਾ? ਸਰ ਜੈਸਮਿਨ। ਜੈਸਮੀਨ, ਵੈਰੀ ਗੁੱਡ ਬੇਟੇ। ਦਿਸ ਇਜ਼ ਇਨ ਕੇਸ ਆਫ ਪੀ ਪਲਾਂਟ। ਜੈਸਮੀਨ ਦੋ ਹੈ ਬੇਟੇ, ਇੱਕ +1 ਇੱਕ +2। ਸਰ +2 ਜੈਸਮਿਨ। अच्छा, +2 जैस्मिन, गुड बेटे, गुड। दिस इज द मार्जिनल, ठीक है, इन केस ऑफ पी प्लांट। देन वही प्राइटल। प्राइटल दे विच की हुंदा है? लॉन्गिट्यूडनल प्लेसेंटे बनदे है, ठीक है। तां इह किहदे विच हुंदी है बई? जे 2 हुंदे है इन फ्यूमेरिया, 3 इन वियोला एंड 4 इन कैपेरिस। इहदे विच 3 है, इट्स ऑफ वियोला, तां वियोला दे विच हुंदे है। This is parietal, all the sides। This is axile। axile center ਦੇ ਵਿੱਚ axis ਹੁੰਦੀ ਹੈ ਤੇ ਉਹਦੇ ਨਾਲ ਜੁੜੇ ਹੁੰਦੇ ਆ। axile ਵੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ, fused ਔਰ free। axile free ਕਿੱਥੇ ਵੇਖੀ ਹੈ ਬਈ? axile fused ਵੀ ਵੇਖੀ ਹੈ, axile free ਵੀ ਵੇਖੀ ਹੈ। ਸਰ ਐਵੇਂ ਲੈਮਨ ਵਿੱਚ ਹੁੰਦਾ ਹੈ। ਹਾਂ, ਵੈਰੀ ਗੁੱਡ। ਦਿਸ ਇਜ਼ ਇਨ ਕੇਸ ਆਫ ਲੈਮਨ। ਤੇ ਫ੍ਰੀ ਕਿਹਦੇ ਚ ਹੁੰਦਾ ਹੈ? ਸਰ ਟਮਾਟਰ। ਫ੍ਰੀ ਸੈਂਟਰਲ,
ਫ੍ਰੀ ਸੈਂਟਰਲ ਉਹਦੇ ਚ ਸੈਪਟਾ ਨਹੀਂ ਹੁੰਦੇ, ਫ੍ਰੀ ਸੈਂਟਰਲ ਉਹਦਾ ਕੋਈ ਟੇਸਟ ਨਹੀਂ ਹੁੰਦਾ ਪਰ ਆਪਾਂ ਖਾਂਦੇ ਆ, ਦੱਸਿਆ ਹੋਇਆ ਮੈਂ ਤੁਹਾਨੂੰ, ਉਹਦਾ ਕੋਈ ਟੇਸਟ ਨਹੀਂ ਹੁੰਦਾ ਬਟ ਆਪਾਂ ਖਾਂਦੇ ਆ। ਮਿਰਚ ਸਰ। ਮਿਰਚ, ਚਿਲੀ ਹੈਜ਼ ਨੋ ਟੇਸਟ ਬਟ ਆਪਾਂ ਖਾਂਦੇ ਆ। ਕਾਹਤੋਂ ਖਾਂਦੇ ਆ? ਬਿਕੋਜ਼ ਇਟ ਕਾਜ਼es ਦਾ ਪੇਨ ਟੂ ਆਰ ਟੇਸਟ ਬਡ, ਜਿਹਨੂੰ ਆਪਾਂ ਟੇਸਟ ਸਮਝਦੇ ਆ, ਦੈਟਸ ਏ ਪੇਨ ਟੂ ਆਰ ਟੇਸਟ ਬਡ। ਇੱਕ ਚੀਜ਼ ਦੱਸਦੇ ਆ, ਜਿਹੜਾ ਬੰਦਾ ਮਿਰਚ ਜ਼ਿਆਦਾ ਖਾਂਦਾ ਹੈ ਉਹਦਾ ਇਮਿਊਨ ਸਿਸਟਮ ਵੀਕ ਹੋ ਜਾਂਦਾ ਹੈ। ਉਹ ਸਾਇੰਟੀਫਿਕਲੀ ਤੁਹਾਨੂੰ ਮੈਂ ਫਿਰ ਕਿਤੇ ਸਮਝਾਊਂਗਾ, ਬਟ ਇਟ ਇਨ ਮਤਲਬ ਕਿ ਸਾਡੇ ਇਮਿਊਨ ਸਿਸਟਮ ਨੂੰ ਵੀਕ ਕਰਦੀ ਹੈ, ਠੀਕ ਹੈ। ਤਾਂ ਮਿਰਚ ਕਾਜ਼es ਦਾ ਪੇਨ ਟੂ ਆਰ ਟੇਸਟ ਬਡ। ਨੋ ਵੀ ਬੇਸਲ, ਬੇਸਲ ਸਾਰਿਆਂ ਨੂੰ ਪਤਾ ਹੈ ਬਈ, ਸਾਰਿਆਂ ਨੂੰ, ਇਹਨਾਂ ਦਿਨਾਂ ਦੇ ਵਿੱਚ ਵੈਜੀਟੇਬਲ ਹੈ ਤੇ ਜਿਹੜੀ ਤੁਸੀਂ 버ਗਰ ਦੇ ਵਿੱਚ ਵੀ ਪਾ ਦਿੰਦੇ ਆ, ਠੀਕ ਹੈ, ਤੇ ਜਿਹੜੀ ਮਿਕਸ ਵੈਜ ਬਣਦੀ ਹੈ ਉਹਦੇ ਚ ਵੀ ਪਾ ਦਿੰਦੇ ਆ ਤੇ ਹੋਰ ਥਾਵਾਂ ਤੇ ਵੀ ਪਾ ਦਿੰਦੇ ਆ। ਜਦੋਂ ਤੁਸੀਂ ਸਬਜ਼ੀ ਬਣਾਉਂਦੇ ਹੋ ਉਦੋਂ ਤੁਸੀਂ ਇੱਥੋਂ ਸੀਡਸ ਕੱਢ ਕੇ ਸੱਟ ਦਿੰਦੇ ਹੋ, ਇੱਥੋਂ ਬੇਸਲ ਚੋਂ। ਸ਼ਿਮਲਾ ਕਈ ਮਿਰਚ ਕਲਰ, ਗ੍ਰੀਨ, ਰੈਡ, ਯੈਲੋ। ਮੇਰੇ ਘਰੇ ਗ੍ਰੀਨ, ਰੈਡ ਲੱਗੀ, ਯੈਲੋ ਕੈਪਸਿਕਮ, ਸ਼ਿਮਲਾ ਮਿਰਚ, ਠੀਕ ਹੈ। देयर इज अ बेसल प्लेसेंटेशन, बेसल प्लेसेंटेशन ਵੇਖੀਏ ਨਾ ਕੱਟ ਕੇ, ਜਿਹੜਾ ਬੇਸ ਤੇ ਲੱਗੇ ਹੁੰਦੇ ਆ ਸਾਰੇ ਸੀਡ। देयर इज अ बेसल प्लेसेंटेशन। नो ਬਈ ਪੋਜੀਸ਼ਨ ਆਫ ਥੈਲਮਸ, ਥੈਲਮਸ ਬਾਰੇ ਗੱਲ ਕਰਦੇ ਪਏ ਆ ਆਪਾਂ। ਤਾਂ ਔਨ ਦਿਸ ਬੇਸਿਸ ਕਿ ਵੀ ਇੱਕ ਹੁੰਦੀ ਹੈ ਹਾਈਪੋਗਾਈਨਸ, ਪੈਰੀਗਾਈਨਸ ਤੇ ਐਪੀਗਾਈਨਸ। ਤਾਂ ਜਿਹੜੀ ਹਾਈਪੋਗਾਈਨਸ ਹੈ, ਥੈਲਮਸ ਹੇਠਲੇ ਪਾਸੇ ਹੁੰਦੀ ਹੈ, ਸਾਰੇ ਫਲੋਰਲ ਆਰਗਨਸ ਉੱਪਰ ਹੁੰਦੇ ਹੈ, ਆਲ ਫਲੋਰਲ ਆਰਗਨਸ ਆਰ ਅਬਵ ਦਾ ਥੈਲਮਸ। ਤਾਂ ਇਹਨੂੰ ਕਹਿੰਦੇ ਆ ਹਾਈਪੋਗਾਈਨਸ, ਬ੍ਰਿੰਜਲ ਐਂਡ ਚਾਈਨਾ ਰੋਜ਼। ਇੱਕ ਪੈਰੀਗਾਈਨਸ ਹੁੰਦੀ ਹੈ, ਅਰਾਊਂਡ ਦਾ ਓਵਰੀ ਹੁੰਦੇ ਹੈ, ਥੈਲਮਸ ਇਜ਼ ਅਰਾਊਂਡ ਦਾ ਓਵਰੀ, ਪਮ ਐਂਡ ਰੋਜ਼, ਠੀਕ ਹੈ, ਪੈਰੀਗਾਈਨਸ। ਇੱਕ ਥੈਲਮਸ ਉੱਪਰ ਟੱਪ ਜਾਂਦੀ ਹੈ, ਠੀਕ ਹੈ, ਓਵਰੀ ਥੱਲੇ ਰਹਿ ਜਾਂਦੀ ਹੈ, ਥੈਲਮਸ ਇਨਕਲੋਜ਼ਸ ਦਾ ਓਵਰੀ। ਦਿਸ ਇਜ਼ ਕਾਲਡ ਐਜ਼ ਐਪੀਗਾਈਨਸ, ਗਾਵਾ ਐਂਡ ਕੁਕੁੰਬਰ, ਦਿਸ ਇਜ਼ ਐਪੀਗਾਈਨਸ। ਤੇ ਇਹ ਟਰਮਸ ਵੀ ਆਪਾਂ ਯਾਦ ਰੱਖਣੀਆਂ ਵਿਦ ਐਗਜ਼ਾਮਪਲਸ। ਸੋ ਆਪਣਾ ਜਿਹੜਾ ਚੈਪਟਰ ਹੈ ਬੇਟੇ ਉਹ ਲਗਭਗ ਕੰਪਲੀਟ ਹੋ ਗਿਆ।